ਵਡਹੰਸ ਮਹੱਲਾ ਚੌਥਾ। ਸ਼ੰਤ ਏਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹਰ 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 ਨਾਮ ਮੇਰੇ ਮਨ ਵਸਾਈ ਰਾਮ। ਹਰ ਹਰ ਨਾਮ ਮੇਰੇ ਮਨ ਵਸਾਈ, ਸਭ ਦੁਖ ਵਿਸਾਰਣ ਹਾਰਾ। ਵਡ ਭਾਗੀ ਗੁਰ ਦਰਸ਼ਨ ਪਾਇਆ, ਧਨ ਧਨ ਸਤਿਗੁਰੂ ਹਮਾਰਾ। ਊਠਤ ਬੈਠਤ ਸਤਿਗੁਰ ਸੇਵੈ, ਊਠਤ ਬੈਠਤ ਸਤਿਗੁਰ ਸੇਵੈ। ਜਿਤ ਸੇਵਿਐ ਸ਼ਾਂਤ ਪਾਈ, ਮੇਰੇ ਮਨ ਸਤਿਗੁਰ ਪ੍ਰੀਤ ਲਗਾਈ। ਹਉ ਜੀਵਾ ਸਤਿਗੁਰ ਦੇਖ ਸਰਸੇ ਰਾਮ। ਹਰ ਨਾਮ ਦਿਰੜਾਏ, ਜਪ ਹਰ ਹਰ ਨਾਮ ਵਿਗਸੇ ਰਾਮ। ਜਪ ਹਰ ਹਰ ਨਾਮ ਕਮਲ ਪਰਗਾਸੇ, ਹਰ ਹਰ ਨਾਮ ਨਵੇ ਨਿਧ ਪਾਈ। ਹਰ ਹਰ ਨਾਮ ਨਵਿੰਗ ਨਿਧ ਪਾਈ। ਹਉਮੈ ਰੋਗ ਗਿਆ ਦੁਖ ਲਾਥਾ, ਹਰ ਸਹਿਜ ਸਮਾਧ ਲਗਾਈ। ਹਰ ਨਾਮ ਵਡਾਈ ਸਤਿਗੁਰ ਤੇ ਪਾਈ, ਸੁਖ ਸਤਿਗੁਰ ਦੇਵ ਮਨ ਪਰਸੇ। ਹਉ ਜੀਵਾ ਸਤਿਗੁਰ ਦੇਖ ਸਰਸੇ। ਹਉ ਜੀਵਾ ਸਤਿਗੁਰ ਦੇਖ ਸਰਸੇ। ਵਾਹਿਗੁਰੂ। ਗੁਰੂ ਦੀ ਪਰਮ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦਾ ਸ਼ੰਤ ਰੂਪ ਦੇ ਵਿੱਚ ਵਡਹੰਸ ਰਾਗ ਦੇ ਵਿੱਚ ਉਚਾਰਨ ਇਹ ਸ਼ਬਦ ਸਤਿਗੁਰੂ ਬਖਸ਼ਿਸ਼ ਕਰਦੇ ਆ। ਇਹ ਸ਼ਬਦ ਭਾਈ ਉਸ ਪਰਮ ਪਿਤਾ ਪਰਮਾਤਮਾ ਇੱਕ ਓਮਕਾਰ ਸਤਿਗੁਰੂ ਦਾ ਪ੍ਰਸਾਦ ਹੈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ ਰਾਮ। ਹੇ ਮੇਰੇ ਮਨ ਜਦੋਂ ਸਤਿਗੁਰ ਦੀ ਪ੍ਰੀਤ ਲਗਾਈ ਮੈਂ ਰਾਮ। ਹੇ ਮੇਰੇ ਰਾਮ, ਜਦੋਂ ਮੈਂ ਸਤਿਗੁਰੂ ਦੀ ਪ੍ਰੀਤ ਲਗਾਈ, ਹਰ ਹਰ ਨਾਮ, ਹਰ ਹਰ ਭਾਵ ਵਾਹਿਗੁਰੂ ਜਦੋਂ ਮੈਂ ਸਿਮਰਨ ਕੀਤਾ, ਜਪ ਕੀਤਾ ਨਾਮ ਦਾ, ਇਹ ਨਾਮ ਮੇਰੇ ਮਨ ਵਸਾਈ ਰਾਮ। ਹੇ ਰਾਮ, ਤੂੰ ਮੇਰੇ ਮਨ ਦੇ ਵਿੱਚ ਇਹ ਵਾਹਿਗੁਰੂ ਨਾਮ ਜਿਹੜਾ ਹੈ ਉਹ ਅੰਦਰ ਮੇਰੇ ਵਸਾ ਦਿੱਤਾ। ਹਰ ਹਰ ਨਾਮ ਮੇਰਾ ਮਨ ਵਸਾਈ। ਕਹਿੰਦੇ ਵੀ ਹੇ ਪਰਮ ਪਿਤਾ ਪਰਮਾਤਮਾ, ਤੂੰ ਵਾਹਿਗੁਰੂ ਨਾਮ ਦਾ, ਹਰ ਨਾਮ ਦਾ ਵਸਾਉਣਾ ਜਿਹੜਾ ਹੈ ਮੇਰੇ ਮਨ ਦੇ ਵਿੱਚ ਐਸਾ ਵਸਾਇਆ ਕਿ ਮੇਰੇ ਸਾਰੇ ਦੁੱਖ ਸਾਰੇ ਕੱਟੇ ਗਏ। ਹੇ ਪਰਮ ਪਿਤਾ ਪਰਮਾਤਮਾ, ਸਭ ਦੁੱਖ ਵਿਸਾਰਨ ਹਾਰੇ ਮੇਰੇ ਮਨ ਦੇ ਵਿੱਚ ਤੂੰ ਨਾਮ ਵਸਾ ਦਿੱਤਾ, ਜਿਸ ਦੇ ਨਾਲ ਸਾਰੇ ਦੁੱਖ ਜਿਹੜੇ ਹੈ ਉਹ ਮੇਰੇ ਕੱਟੇ ਗਏ। ਵਡ ਭਾਗੀ ਗੁਰ ਦਰਸ਼ਨ ਪਾਇਆ, ਧੰਨ ਧੰਨ ਸਤਿਗੁਰੂ ਹਮਾਰਾ। ਵੱਡੇ ਭਾਗਾਂ ਦੇ ਨਾਲ ਮੇਰੇ ਐਸੇ ਵੱਡੇ ਭਾਗ ਬਣ ਗਏ ਕਿ ਮੈਂ ਗੁਰੂ ਉਸ ਪਰਮ ਪਿਤਾ ਪਰਮਾਤਮਾ ਪਾਰ ਬ੍ਰਹਮ ਗੁਰ ਪਰਮੇਸ਼ਰ ਦਾ ਦਰਸ਼ਨ ਪਾ ਲਿਆ। ਧੰਨ ਧੰਨ ਸਤਿਗੁਰੂ ਹਮਾਰਾ। ਇਹ ਧੰਨ ਹੈ ਮੇਰਾ ਸਤਿਗੁਰੂ, ਜਿਸ ਦੀ ਵਜ੍ਹਾ ਕਰਕੇ ਮੈਂ ਉਸ ਪਰਮ ਪਿਤਾ ਪਰਮਾਤਮਾ ਦੇ ਪਾਰ ਬ੍ਰਹਮ ਗੁਰ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਕਰ ਲਏ। ਊਠਤ ਬੈਠਤ ਸਤਿਗੁਰ ਸੇਵੈ,
ਜਿਤ ਸੇਵਿਐ ਸ਼ਾਂਤ ਪਾਈ। ਮੈਂ ਉੱਠਦੇ ਬਹਿੰਦੇ ਸਤਿਗੁਰੂ ਦਾ ਨਾਮ ਸਿਮਰਦਾ ਰਿਹਾ, ਸਤਿਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ, ਸਤਿਗੁਰੂ ਨੂੰ ਆਪਣੀ ਸੁਰਤੀ ਦੇ ਵਿੱਚ ਧਰਿਆ ਔਰ ਨਾਮ ਸਿਮਰਨ ਦਾ, ਸੇਵਨ ਦਾ, ਸਤਿਗੁਰੂ ਦੀ ਸੇਵਾ ਕਰਨ ਦਾ ਇਹ ਫਲ ਪ੍ਰਾਪਤ ਹੋਇਆ ਕਿ ਜਿਸ ਦੇ ਮਿਲਿਆਂ, ਜਿਸ ਦੇ ਸੇਵਿਆਂ ਮੇਰੇ ਮਨ ਨੂੰ ਸ਼ਾਂਤ ਪ੍ਰਾਪਤ ਹੋ ਗਈ ਹੈ, ਮੇਰੇ ਮਨ ਨੇ ਸ਼ਾਂਤੀ ਪਾ ਲਈ ਹੈ। ਮੇਰੇ ਮਨ ਸਤਿਗੁਰ ਪ੍ਰੀਤ ਲਗਾਈ। हे ਮੇਰੇ ਮਨ ਤੂੰ ਸਤਿਗੁਰੂ ਦੀ ਪ੍ਰੀਤ ਐਸੀ ਲਗਾਈ ਹੈ, ਮੇਰੇ ਮਨ ਤੂੰ ਸਤਿਗੁਰੂ ਦੀ ਪ੍ਰੀਤ ਐਸੀ ਲਗਾਈ ਹੈ ਕਿ ਮੈਨੂੰ ਸ਼ਾਂਤ ਆ ਗਈ ਹੈ। ਔਰ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ, ਹਉ ਜੀਵਾਂ ਸਤਿਗੁਰ, ਮੈਂ ਜੀਂਦਾ ਹਾਂ, ਮੈਂ ਜੀਵਤ ਹਾਂ, ਮੈਨੂੰ ਐਸੀ ਸ਼ਾਂਤ ਪਈ ਹੈ ਕਿ ਮੈਂ ਜੀਵਤ ਹੋ ਗਿਆ, ਮੈਨੂੰ ਅਨੁਭਵ ਹੋਣਾ ਸ਼ੁਰੂ ਹੋ ਗਿਆ ਕਿ ਮੈਂ ਜੀਵਤ ਹਾਂ। ਕਿਸ ਕਾਰਨ? ਸਤਿਗੁਰੂ ਸਤਿਗੁਰੂ ਨੂੰ ਦੇਖ ਕੇ ਮੇਰਾ ਮਨ ਜਿਹੜਾ ਹੈ ਸਰਸੇ ਰਾਮ, हे ਪਰਮਪਿਤਾ ਪਰਮਾਤਮਾ, ਮੇਰਾ ਮਨ ਜਿਹੜਾ ਹੈ ਸਰਸੇ ਦੇ ਰਸ ਵਿੱਚ ਆ ਗਿਆ ਹੈ। ਸਰਸੇ ਸਾਧ ਸੰਗਤ ਜੀ ਤੁਹਾਨੂੰ ਦੱਸ ਦਈਏ ਕਿ ਸਰਸੇ ਦਾ ਇੱਥੇ ਭਾਵ ਅਰਥ ਸਤਿਗੁਰਾਂ ਨੇ ਸਾਨੂੰ ਇਹ ਬਖਸ਼ਿਆ ਹੋਇਆ ਹੈ ਕਿ ਜਦੋਂ ਮਨ ਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਉੱਠਦਿਆਂ ਬਹਿੰਦਿਆਂ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਸਿਮਰਨ ਹੁੰਦਾ ਹੈ, ਉਦੋਂ ਕੀ ਹੁੰਦਾ ਹੈ ਕਿ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਂਦੀ ਹੈ ਔਰ ਮਨ ਜਿਹੜਾ ਹੈ ਵਾਹਿਗੁਰੂ ਦਾ ਨਾਮ ਸਿਮਰਨ ਕਰਦਾ ਹੋਇਆ, ਵਾਹਿਗੁਰੂ ਦੀ, ਸਤਿਗੁਰੂ ਦੀ ਪ੍ਰੀਤੀ ਲਾਉਂਦਾ ਹੋਇਆ ਜਿਹੜਾ ਹੈ ਉਹ ਜੀਵਤ ਆਪਣੇ ਆਪ ਨੂੰ ਮਹਿਸੂਸ ਕਰਦਾ ਹੈ ਔਰ ਸਤਿਗੁਰੂ ਦੇਖ ਕੇ ਸਤਿਗੁਰੂ ਜੈਸਾ ਹੀ ਭਾਵ ਸੈ ਰਸੇ, ਸੈ ਦਾ ਮਤਲਬ ਸਤਿਗੁਰੂ ਭਾਵ ਪਰਮਪਿਤਾ ਪਰਮਾਤਮਾ, ਗੁਰੂ ਪਾਰ ਬ੍ਰਹਮ ਪਰਮੇਸ਼ਰ, ਉਸ ਪਾਰ ਬ੍ਰਹਮ ਪਰਮੇਸ਼ਰ ਦੇ ਰਸ ਵਰਗਾ ਸਾਡਾ ਵੀ ਮਨ ਜਿਹੜਾ ਹੈ ਉਹ ਰਸ ਪ੍ਰਾਪਤ ਕਰ ਲੈਂਦਾ। ਜੈਸਾ ਰਸ ਪਰਮਾਤਮਾ ਦਾ ਹੈ ਵੈਸਾ ਹੀ ਰਸ ਸਾਡਾ ਮਨ ਵੀ ਪ੍ਰਾਪਤ ਕਰ ਲੈਂਦਾ ਔਰ ਇਸ ਤਰ੍ਹਾਂ ਦੇ ਨਾਲ ਸਤਿਗੁਰੂ ਤੇ ਸਾਡਾ ਮਨ ਜਿਹੜਾ ਹੈ, ਸਾਡੀ ਰੂਹ ਜਿਹੜੀ ਹੈ ਉਹ ਇੱਕ ਰਸ ਦੇ ਵਿੱਚ ਪਰਮਪਿਤਾ ਪਰਮਾਤਮਾ ਰਾਮ ਨੂੰ, ਜਿਸ ਨੂੰ ਅਸੀਂ ਰਾਮ ਕਹਿੰਦੇ ਹਾਂ, ਉਸ ਦੀ ਪ੍ਰਾਪਤੀ ਕਰ ਲੈਂਦੀ ਹੈ, ਉਸ ਦੇ ਦਰਸ ਦੀਦਾਰੇ ਕਰ ਲੈਂਦੀ ਹੈ। ਇੱਥੇ ਸਰਸੇ ਲਫ਼ਜ਼ ਹੈ, ਨਾ ਕਿ ਸਰਸੇ ਲਫ਼ਜ਼ ਹੈ। ਅਮੂਮਨ ਲੋਕ ਸਰਸੇ ਪੜ੍ਹਦੇ ਆ ਔਰ ਫਿਰ ਪੜ੍ਹ ਕੇ ਇਹ ਵੀ ਇਸ਼ਾਰਾ ਕਰਦੇ ਹੈ ਕਿ ਇਹ ਸਰਸੇ ਵੱਲ ਇਸ਼ਾਰਾ ਕਰਦਾ ਹੈ ਲਫ਼ਜ਼। ਐਸੀ ਗੱਲ ਨਹੀਂ ਹੈ। ਇਹ ਸਰਸੇ ਨਗਰ ਦਾ ਇਸ ਦੇ ਵਿੱਚ ਕੋਈ ਵੀ ਲੈਣਾ ਦੇਣਾ ਨਹੀਂ ਹੈ। ਇਸ ਦਾ ਰੂਹ ਦਾ ਸਹਿ ਰਸ ਹੋ ਜਾਣਾ, ਭਾਵ ਪਰਮਪਿਤਾ ਪਰਮਾਤਮਾ ਦੇ ਰਸ ਦੇ ਵਿੱਚ ਮਿਲ ਜਾਣਾ, ਇੱਕ ਰਸ ਹੋ ਜਾਣਾ, ਸਹਿ ਰਸ ਹੋ ਜਾਣਾ, ਪਰਮਾਤਮਾ ਦੇ ਰਾਮ ਦੇ ਰਸ ਦੇ ਵਿੱਚ ਇੱਕਮਿਕ ਹੋ ਕੇ ਅਭੇਦ ਹੋ ਜਾਣਾ, ਇਸ ਨੂੰ ਸਰਸੇ ਕਿਹਾ ਜਾਂਦਾ ਹੈ। ਸਾਧ ਸੰਗਤ ਜੀ, ਤੋ ਸਾਧ ਸੰਗਤ ਜੀ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਹਰਿ ਨਾਮ ਨਿਰੜਾਏ, ਜਪ ਹਰ ਹਰ ਨਾਮ ਵਿਗਸੇ ਰਾਮ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਕਿ ਹਰ ਨਾਮੋਂ, ਪਰਮਾਤਮਾ ਦੇ ਨਾਮ ਵਾਹਿਗੁਰੂ ਨਾਮ ਨਾਲ ਹੀ, ਹਰ ਨਾਮ ਵਾਹਿਗੁਰੂ ਦੇ ਨਾਮ ਨਾਲ ਹੀ ਮਨ ਸਾਡਾ ਦ੍ਰਿੜ ਹੋ ਗਿਆ ਹੈ ਅਤੇ ਅਸੀਂ ਜਪ ਕੇ ਉਸ ਨੂੰ, ਉਸ ਦਾ ਸਿਮਰਨ ਕਰਕੇ, ਹਰ ਨਾਮ ਦਾ ਸਿਮਰਨ ਕਰਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਖੁਸ਼ ਵੇਖ ਰਹੇ ਹਾਂ। ਉਹ ਪਰਮਪਿਤਾ ਪਰਮਾਤਮਾ ਸਾਡੇ ਨਾਮ ਸਿਮਰਨ ਨੂੰ ਦੇਖ ਕੇ ਵਿਗਸਣਾ, ਖੁਸ਼ ਹੋਣਾ, ਉਹ ਪਰਮਪਿਤਾ ਪਰਮਾਤਮਾ ਸਾਡੇ ਨਾਮ ਦੇ ਉੱਪਰ, ਸਾਡੇ ਸਿਮਰਨ ਦੇ ਉੱਪਰ ਖੁਸ਼ ਹੁੰਦਾ ਹੈ। ਅਤੇ ਫਿਰ ਕੀ ਹੁੰਦਾ ਹੈ ਕਿ ਜਪ ਹਰ ਨਾਮ, ਇਹ ਨਾਮ ਦੇ ਜਪ ਕੀਤਿਆਂ, ਸਿਮਰਨ ਕਰਿਆਂ, ਵਾਹਿਗੁਰੂ ਨਾਮ ਸਿਮਰਨ ਕਰਿਆਂ ਸਾਡਾ ਮਨ ਦਾ ਜਿਹੜਾ ਕਮਲ ਹੈ ਉਹ ਪ੍ਰਕਾਸ਼ਿਤ ਹੋ ਜਾਂਦਾ ਹੈ, ਭਾਵ ਸਾਡਾ ਮਨ ਪ੍ਰਗਾਸ ਹੋ ਜਾਂਦਾ ਹੈ, ਭਾਵ ਉਸ ਨੂੰ ਪਰਮ ਪਿਤਾ ਪਰਮਾਤਮਾ ਦਾ ਜੋ ਜੋਤ ਸਰੂਪ ਚਾਨਣ ਹੈ, ਜੋ ਪ੍ਰਕਾਸ਼ ਹੈ, ਉਹ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਨਾਮ ਅਤੇ ਪਰਮਾਤਮਾ ਦੇ ਨਾਮ ਵਾਹਿਗੁਰੂ ਨਾਮ ਨਾਲ ਹੀ ਉਹਨੂੰ ਨੌ ਨਿਧਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਹਉਮੈ ਰੋਗ ਗਿਆ, ਹਉਮੈ ਰੋਗ ਗਿਆ, ਦੁੱਖ ਲਾਥਾ, ਹਰ ਸਹਿਜ ਸਮਾਧ ਲਗਾਈ। ਕਹਿੰਦੇ ਵੀ ਇਸ ਨਾਮ ਦੇ ਸਿਮਰਨ ਦੇ ਨਾਲ
9 ਨਿਧਾਂ ਤਾਂ ਪ੍ਰਾਪਤ ਹੋਈਆਂ ਹੀ ਹੋਈਆਂ, ਨਿਧਾਂ ਦੇ ਖਜ਼ਾਨੇ ਤਾਂ ਸਾਨੂੰ ਪ੍ਰਾਪਤ ਹੀ ਹੋਏ। ਕਹਿੰਦੇ ਕਿ ਹਉਮੈ ਦਾ ਰੋਗ ਜਿਹੜਾ ਸਭ ਤੋਂ ਵੱਡਾ ਰੋਗ ਹੈ ਇਸ ਰੂਹ ਲਈ, ਇਸ ਜੀਵਨ ਦੇ ਵਿੱਚ ਹਉਮੈ ਦਾ ਰੋਗ ਜਿਹੜਾ ਹੈ ਉਹ ਵੀ ਕੱਟਿਆ ਗਿਆ ਹੈ। ਰੋਗ ਗਿਆ, ਰੋਗ ਸਾਡਾ ਕੱਟਿਆ ਗਿਆ, ਦੁੱਖ ਲਾਥਾ, ਸਾਰੇ ਦੁੱਖ ਲਏ ਗਏ ਹੈ। ਅਤੇ ਕੀ ਹੋਇਆ ਕਿ ਸਹਿਜ ਸਮਾਧ ਲਗਾਈ, ਸਾਡਾ ਮਨ ਜਿਹੜਾ ਹੈ, ਸਾਡੀ ਸੁਰਤੀ ਜਿਹੜੀ ਹੈ ਉਸ ਸ਼ਬਦ ਗੁਰੂ, ਉਸ ਪਰਮਪਿਤਾ ਪਰਮਾਤਮਾ ਦੇ ਨਾਮ ਦੇ ਵਿੱਚ, ਹਰ ਹਰ ਨਾਮ, ਵਾਹਿਗੁਰੂ ਵਾਹਿਗੁਰੂ ਨਾਮ ਦੇ ਵਿੱਚ ਸਮਾਧ ਲਗਾ ਕੇ ਬੈਠ ਗਈ ਹੈ। ਹਰ ਨਾਮ ਵਡਾਈ ਸਤਿਗੁਰ ਤੇ ਪਾਈ। ਕਹਿੰਦੇ ਵੀ ਇਹ ਨਾਮ ਦੇ ਸਿਮਰਨ ਸਦਕਾ ਹੀ ਸਾਨੂੰ ਵਡਾਈ ਮਿਲੀ, ਔਰ ਉਹ ਵਡਾਈ ਵੀ ਸਾਨੂੰ ਪਰਮਪਿਤਾ ਪਰਮਾਤਮਾ ਸਰੂਪ ਸਤਿਗੁਰੂ ਜਿਹੜਾ ਹੈ, ਸਤਿਗੁਰੂ ਭਾਵ ਪਾਰ ਬ੍ਰਹਮ ਪਰਮੇਸ਼ਰ ਦਾ ਹੀ ਰੂਪ ਜਿਹੜਾ ਹੈ ਜੋ ਸੰਸਾਰ ਦੇ ਵਿੱਚ ਆਉਂਦਾ ਹੈ, ਉਹਨੂੰ ਸਤਿਗੁਰੂ ਕਿਹਾ ਜਾਂਦਾ। ਔਰ ਉਹ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਇਹ ਵਡਿਆਈ ਜਿਹੜੀ ਹੈ ਉਹ ਮੈਂ ਪਾਈ ਹੈ। ਔਰ ਸਤਿਗੁਰੂ ਅੱਜ ਦੇ ਯੁੱਗ ਦੇ ਵਿੱਚ ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਇਹ ਜੁਗੋ ਜੁਗ ਅਟਲ ਸਾਡੇ ਗੁਰੂ ਸਾਹਿਬ ਵੀ ਹੈ। ਔਰ ਇਹ ਸਤਿਗੁਰੂ ਜਿਹੜੀ ਹੈ ਸਾਨੂੰ ਸੁੱਖਾਂ ਦੀ ਬਖਸ਼ਿਸ਼ ਦਿੰਦੇ ਹੈ। ਅਤੇ ਅੱਗੇ ਗੁਰੂ ਸਾਹਿਬ ਕਹਿੰਦੇ ਆ, ਸੁਖ ਸਤਿਗੁਰ ਦੇਵ ਮਨ ਪਰਸੇ। ਸੁਖ ਸਤਿਗੁਰ ਦੇ ਨਾਮ ਦੇ ਨਾਲ ਵਡਿਆਈ ਤਾਂ ਪਾਈ ਹੀ ਪਾਈ, ਨਾਲ ਸੁੱਖ ਵੀ ਪ੍ਰਾਪਤ ਹੋ ਗਿਆ। ਕਿਵੇਂ ਪ੍ਰਾਪਤ ਹੋ ਗਿਆ? ਜਦੋਂ ਅਸੀਂ ਸਤਿਗੁਰੂ ਦੇਵ ਦੇ ਭਾਵ ਸਤਿਗੁਰੂ ਮਹਾਰਾਜ ਜੀ ਦੇ ਮਨ ਦੇ ਵਿੱਚ, ਸਾਡੇ ਮਨ ਦੇ ਵਿੱਚ ਸਤਿਗੁਰੂ ਦੇ ਚਰਨ ਪਰਸੇ, ਸਤਿਗੁਰੂ ਦੇ ਚਰਨਾਂ ਨੂੰ ਜਦੋਂ ਅਸੀਂ ਪਰਸਿਆ ਉਦੋਂ ਸਾਡੇ ਮਨ ਦੇ ਵਿੱਚ ਸੁੱਖ ਵੀ ਪ੍ਰਾਪਤ ਹੋ ਗਿਆ। ਔਰ ਸਤਿਗੁਰੂ ਦੇ ਕੋਲੋਂ ਹੀ ਪਰਮਾਤਮਾ ਦੀ ਨਾਮ ਦੀ ਵਡਿਆਈ ਜਿਹੜੀ ਹੈ ਸਾਡੀ ਰੂਹ ਨੂੰ ਪ੍ਰਾਪਤ ਹੋ ਗਈ ਹੈ। ਅਤੇ ਗੁਰੂ ਸਾਹਿਬ ਕਹਿੰਦੇ ਹੈ, ਅੱਗੇ ਬਖਸ਼ਿਸ਼ ਕਰਦੇ ਆ, ਹਉ ਜੀਵਾਂ ਹਉ ਜੀਵਾਂ। ਮੈਨੂੰ ਇਹ ਮਹਿਸੂਸ ਹੋਣਾ ਲੱਗ ਗਿਆ ਕਿ ਮੈਂ ਜੀਵਨ ਪ੍ਰਾਪਤ ਕਰ ਲਿਆ, ਮੈਂ ਜਿੰਦਾ ਹੋ ਗਿਆ, ਹੁਣ ਮੈਂ ਜੀਵਨ ਪ੍ਰਾਪਤ ਕਰ ਲਿਆ, ਮੈਂ ਜੀਵਤ ਪਦਵੀ ਨੂੰ ਪ੍ਰਾਪਤ ਹੋ ਗਿਆ। ਕਿਵੇਂ? ਸਤਿਗੁਰੂ ਦੇਖ ਸਰਸੇ ਰਾਮ। ਸਤਿਗੁਰੂ ਨੂੰ ਜਦੋਂ ਦੇਖਿਆ ਅਤੇ ਮੇਰਾ ਮਨ ਜਿਹੜਾ ਹੈ ਉਸ ਰਸ ਦੇ ਨਾਲ ਸਰਾਬੋਰ ਹੋ ਗਿਆ, ਔਰ ਮੈਂ ਉਸ ਰਸ ਦੇ ਵਿੱਚ ਮਿਲ ਕੇ ਇੱਕਮਿਕ ਹੋ ਕੇ ਉਸ ਰਾਮ ਦੇ ਵਿੱਚ ਅਭੇਦ ਹੋ ਗਿਆ। ਮੈਂ ਸਤਿਗੁਰੂ ਦੇ ਨਾਲ ਮਿਲ ਗਿਆ, ਮੈਂ ਸਤਿਗੁਰੂ ਨਾਲ ਮੇਲ ਕਰ ਲਿਆ, ਮੇਰੀ ਰੂਹ ਨੇ ਸਤਿਗੁਰੂ ਨੂੰ ਪ੍ਰਾਪਤੀ ਕਰ ਲਈ ਹੈ, ਪਰਮਾਤਮਾ ਦੀ ਪ੍ਰਾਪਤੀ ਮੇਰੀ ਰੂਹ ਨੂੰ ਹੋ ਗਈ ਹੈ। ਇਸ ਲਈ ਸਾਧ ਸੰਗਤ ਜੀ, ਸਤਿਗੁਰੂ ਚੌਥੇ ਪਾਤਸ਼ਾਹ ਜੀ ਸਾਨੂੰ ਇਹ ਬਾਰ-ਬਾਰ ਦੱਸਦੇ ਆ, ਹਉ ਜੀਵਾਂ ਸਤਿਗੁਰ ਦੇਖ ਸਰਸੇ ਰਾਮ। ਤੋਂ ਸਾਧ ਸੰਗਤ ਜੀ, ਇੱਥੇ ਜਿਹੜਾ ਸਰਸੇ ਹੈ ਨਾ, ਜਿਹੜਾ ਸਰਸੇ ਲੋਕ ਕਹਿੰਦੇ ਆ, ਪੜ੍ਹਦੇ ਆ, ਆਮ ਸਾਡੇ ਵਿਚਾਰਕ ਲੋਕ, ਸਾਡੇ ਗ੍ਰੰਥੀ ਲੋਕ ਵੀ ਇਸ ਨੂੰ ਸਰਸੇ ਪੜ੍ਹਦੇ ਆ। ਨਹੀਂ, ਇਹ ਸਰਸੇ ਨਹੀਂ ਹੈ, ਬਲਕਿ ਸੈ ਰਸੇ। ਸੈ ਦਾ ਭਾਵ ਪਰਮਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ, ਉਸ ਦੇ ਰਸ ਵਰਗੇ ਹੋ ਜਾਣਾ, ਸਤਿਗੁਰੂ ਦੇ ਰਸ ਵਰਗੇ ਸਾਡੇ ਮਨ ਨੂੰ ਪ੍ਰਾਪਤੀ ਹੋ ਜਾਣੀ, ਸਾਡੀ ਰੂਹ ਵੀ ਉਸ ਰਸ ਨੂੰ ਪ੍ਰਾਪਤ ਕਰ ਲਵੇ ਜੋ ਸਤਿਗੁਰੂ ਦਾ ਰਸ ਹੈ। ਇਸ ਕਰਕੇ ਇਸ ਨੂੰ ਸਰਸੇ ਰਾਮ, ਸਰਸੇ ਰਾਮ, ਰਾਮ ਦੇ ਰਸ ਵਰਗਾ ਜਦੋਂ ਸਾਡੀ ਰੂਹ ਹੋ ਜਾਂਦੀ ਆ, ਉਹਨੂੰ ਕਹਿੰਦੇ ਆ ਸਰਸੇ ਹੋਣਾ, ਇੱਕਮਿਕ ਹੋ ਜਾਣਾ। ਰੂਹ ਦੇ ਵਿੱਚ ਆਤਮਾ ਦੀ ਜਿਹੜਾ ਰਸ ਹੁੰਦਾ ਹੈ ਉਹ ਜੋਤ ਦਾ, ਪਰਮਾਤਮਾ ਦੀ ਜੋਤ ਦਾ ਰਸ ਅਤੇ ਆਤਮਾ ਦੀ ਜੋਤ ਦਾ ਰਸ ਇੱਕਮਿਕ ਹੋ ਜਾਂਦਾ ਹੈ। ਅਤੇ ਇਸ ਤਰ੍ਹਾਂ ਨਾਲ ਹੀ ਗੁਰੂ ਸਾਹਿਬ ਕਹਿੰਦੇ ਆ, ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ। ਸਾਧ ਸੰਗਤ ਜੀ, ਸਤਿਗੁਰੂ ਬਖਸ਼ਿਸ਼ ਕਰਦੇ ਆ, ਮਹੱਲਾ ਪੰਜਵਾਂ ਦੇ ਵਿੱਚ ਵੀ ਇਹ ਬਖਸ਼ਿਸ਼ ਕਰਦੇ ਆ, ਭਾਈ ਸਰਸਿੜੇ ਸਰਸਿੜੇ ਮੇਰੇ ਭਾਈ ਸਭ ਮੀਤਾ ਰਾਮ। ਸਰਸੜੇ ਕਹਿੰਦੇ ਕਿ ਮੇਰੀ ਰੂਹ, ਇਹ ਸਤਿਗੁਰੂ ਪੰਜਵਾਂ ਮਹੱਲਾ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ੰਤ ਦੇ ਵਿੱਚ ਹੀ ਘਰ ਪਹਿਲੇ ਦੇ ਵਿੱਚ ਇਹ ਸਾਨੂੰ ਬਖਸ਼ਿਸ਼ ਕਰਦੇ ਆ ਕਿ ਭਾਈ ਜਦੋਂ ਇਹ ਰੂਹ ਸਰਸੀ ਹੋ ਜਾਂਦੀ ਹੈ ਉਦੋਂ ਸਰਸੜੇ ਸਰਸੜੇ ਮੇਰੇ ਭਾਈ ਸਭ ਮੀਤਾ ਰਾਮ। ਭਾਵ ਸਤਿਗੁਰੂ ਬਖਸ਼ਿਸ਼ ਕਰਦੇ ਆ ਕਿ ਜਦੋਂ ਐਸੀ ਅਵਸਥਾ ਆਉਂਦੀ ਹੈ ਨਾ, ਇਹ ਰੂਹ ਜਿਹੜੀ ਹੈ, ਇਹ ਸਾਰੇ ਸੰਸਾਰ ਦੇ ਲੋਕ ਜਿਹੜੇ ਹੈ, ਇਹ ਰੂਹ ਸਰਸੜੀ ਹੋਈ ਜਿਹੜੀ ਹੈ, ਸਰਸੀ ਹੋਈ ਹੈ, ਜਿਹੜੇ ਇੱਕ ਰਸ ਦੇ ਵਿੱਚ ਹੋਈ ਹੈ, ਪਰਮਾਤਮਾ ਦੇ ਰਸ ਵਿੱਚ ਮਿਲਣ ਹੋ ਗਿਆ ਉਸਦਾ, ਉਹ ਆਪਣੇ ਸੰਸਾਰ ਦੇ ਲੋਕਾਂ ਨੂੰ ਦੱਸ ਰਹੀ ਹੈ, ਇਹ ਭਾਈ ਕਿ ਇਹ ਜਿਹੜੇ ਸਰਸੜੇ ਲੋਕ ਹੈ, ਸਰਸੇ ਹੋਏ ਲੋਕ ਹੈ, ਮਿਲੇ ਹੋਏ ਲੋਕ ਹੈ, ਪਰਮਾਤਮਾ ਦੇ ਵਿੱਚ ਅਭੇਦ ਹੋਏ ਲੋਕ ਹੈ, ਸਭ ਮੀਤਾ ਮੇਰੇ ਰਾਮ। ਸਭ ਇਹ ਪਰਮਾਤਮਾ ਦੇ ਮਿੱਤਰ ਹੈ ਰਾਮ, ਸਭ ਮੀਤਾ ਰਾਮ ਹੈ, ਇਹ ਰਾਮ ਦੇ ਮਿੱਤਰ ਹੈ।
ਕਹਿੰਦੇ ਕਿ ਬਿਖਮੋ ਬਿਖ ਅਖਾੜਾ, ਬਿਖਮੋ ਬਿਖਮ ਅਖਾੜਾ, ਮੈਂ ਗੁਰ ਮਿਲ ਜੀਤਾ ਰਾਮ। ਕਹਿੰਦੇ ਵੀ ਇਹ ਅਵਸਥਾ ਜਦੋਂ ਮੈਨੂੰ ਕਿਵੇਂ ਪ੍ਰਾਪਤ ਹੋਈ, ਜੋ ਦੱਸ ਰਿਹਾ ਹੈ। ਕਹਿੰਦੇ ਵੀ ਬਿਖਮੋ ਬਿਖ, ਬਹੁਤ ਦੁਬਰ, ਬਿਖਮ ਭਾਵ ਮੁਸ਼ਕਿਲ ਵਾਲਾ ਰਾਹ, ਮੁਸ਼ਕਿਲ ਵਾਲਾ ਰਾਹ ਜਿਹੜਾ ਹੈ, ਬਿਖਮੋਂ ਬਿਖਮ, ਬਹੁਤ ਮੁਸ਼ਕਿਲਾਂ ਤੋਂ ਵੀ ਮੁਸ਼ਕਿਲ ਰਾਹ ਜਿਹੜਾ ਹੈ, ਇਹ ਅਖਾੜਾ ਜਿਹੜਾ ਸੀ, ਇਹ ਅਖਾੜਾ ਮੈਂ ਕਿਵੇਂ ਜਿੱਤਿਆ। ਅਤੇ ਉਹ ਆਪ ਦੱਸਦਾ ਹੈ ਕਿ ਗੁਰ ਮਿਲ ਜੀਤਾ ਰਾਮ, ਮੈਂ ਗੁਰੂ ਨਾਲ ਮਿਲ ਕੇ, ਗੁਰੂ ਦੀ ਸ਼ਰਨ ਹੋ ਕੇ, ਗੁਰੂ ਤੋਂ ਮਾਰਗ ਦਰਸ਼ਨ ਪ੍ਰਾਪਤ ਕਰਕੇ ਇਹ ਅਖਾੜਾ ਜਿਹੜਾ ਹੈ ਬਿਖਮੋਂ ਬਿਖ ਅਖਾੜਾ, ਬਹੁਤ ਬਿਖਮ ਅਖਾੜਾ, ਬਹੁਤ ਮੁਸ਼ਕਿਲ ਅਖਾੜਾ ਸੀ, ਜਿਹੜਾ ਬਹੁਤ ਦੁੱਭਰ ਸੀ, ਇਸ ਨੂੰ ਮੈਂ ਗੁਰੂ ਦੀ ਕਿਰਪਾ ਨਾਲ ਜਿੱਤ ਲਿਆ ਹੈ। ਅਤੇ ਅੱਜ ਦੇ ਯੁੱਗ ਦੇ ਵਿੱਚ ਸਾਡੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ, ਕਿਉਂਕਿ ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ ਕਿ ਗੁਰਸਿੱਖ ਆਵੋ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੈ, ਖੋਜ ਸ਼ਬਦ ਮੇਲੇ। ਇਸ ਕਰਕੇ ਅੱਜ ਦੇ ਯੁੱਗ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਜਦੋਂ ਸੀ, ਸਾਡੇ ਗੁਰੂ ਸੀ, ਅੱਜ ਦੇ ਯੁੱਗ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਆਗਿਆ ਮੁਤਾਬਕ, ਆਗਿਆ ਪਾਈ ਅਕਾਲ ਕੀ ਤਵੀ ਚਲਾਇਓ ਪੰਥ, ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਪਈ ਅੱਜ ਦੇ ਯੁੱਗ ਦੇ ਵਿੱਚ ਤੁਹਾਡਾ ਗੁਰੂ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਹੈ। ਜੋ ਤੁਸੀਂ ਇਸ ਤੋਂ ਮੰਗੋਗੇ ਉਹ ਤੁਹਾਨੂੰ ਪ੍ਰਾਪਤ ਹੋ ਜਾਏਗਾ। ਅਤੇ ਇੱਥੇ ਇਹ ਬਖਸ਼ਿਸ਼ ਕਰ ਰਿਹਾ ਗੁਰਮੁਖ ਪਿਆਰੀ ਰੂਹ ਕਿ ਮੈਂ ਇਹ ਅਖਾੜਾ ਜਿਹੜਾ ਨਾ ਬਹੁਤ ਦੁੱਭਰ ਸੀ, ਦੁੱਖਾਂ ਭਰਿਆ ਸੀ, ਇਹ ਗੁਰੂ ਦੀ ਕਿਰਪਾ ਨਾਲ, ਸਤਿਗੁਰੂ ਦੀ ਕਿਰਪਾ ਨਾਲ ਮਿਲ ਕੇ ਮੈਂ ਜਿੱਤ ਲਿਆ ਹੈ। ਅੱਗੇ ਹੁਣ ਗੁਰੂ ਬਖਸ਼ਿਸ਼ ਕਰਦੇ ਹੈ, ਗੁਰ ਮਿਲ ਜੀਤਾ ਹਰ ਹਰ ਕੀਤਾ, ਟੂਟੀ ਪੀਤਾ ਪਰਮ ਗੜਾ। ਗੁਰ ਮਿਲ ਜੀਤਾ, ਕਹਿੰਦੇ ਵੀ ਗੁਰੂ ਦੇ ਨਾਲ ਮਿਲ ਕੇ ਮੈਂ ਇਹ ਅਖਾੜਾ ਜਿਹੜਾ ਸੀ ਇਹ ਜਿੱਤ ਲਿਆ ਹੈ। ਕਿਵੇਂ ਜਿੱਤਿਆ? ਕਹਿੰਦੇ ਵੀ ਕਿਵੇਂ ਜਿੱਤਿਆ? ਗੁਰੂ ਨੇ ਮੈਨੂੰ ਕੀ ਮੱਤ ਦਿੱਤੀ? ਗੁਰੂ ਨੇ ਮੈਨੂੰ ਸਮਝਾਇਆ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਮੈਨੂੰ ਇਹ ਸਮਝਾਇਆ ਕਿ ਤੂੰ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਿਆ ਕਰ, ਵਾਹਿਗੁਰੂ ਨਾਮ ਹੀ ਪਾਰ ਪਾਵੇਗਾ। ਅਤੇ ਫਿਰ ਮੈਂ ਕੀ ਕੀਤਾ ਕਿ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਹਰ ਹਰ ਕੀਤਾ, ਮੈਂ ਹਰ ਹਰ ਕੀਤਾ, ਮੈਂ ਵਾਹਿਗੁਰੂ ਨਾਮ ਸਿਮਰਨ ਕੀਤਾ। ਅਤੇ ਫਿਰ ਕੀ ਹੋਇਆ? ਕਹਿੰਦੇ ਵੀ ਟੂਟੀ ਪੀਤਾ, ਕਹਿੰਦੇ ਵੀ ਦੀਵਾਰ ਟੁੱਟ ਗਈ। ਕਾਹਦੀ ਦੀਵਾਰ? ਕਹਿੰਦੇ ਵੀ ਭਰਮ ਗੜਾ, ਜਿਹੜਾ ਭਰਮ ਦਾ ਗੜ੍ਹ ਜਿਹੜਾ ਸੀ ਨਾ ਬਣਿਆ ਹੋਇਆ, ਉਹ ਮੇਰੇ ਮਨ ਦੇ ਵਿੱਚੋਂ ਟੁੱਟ ਗਿਆ। ਕਿਵੇਂ ਟੁੱਟਿਆ? ਕਹਿੰਦੇ ਵਾਹਿਗੁਰੂ ਵਾਹਿਗੁਰੂ ਨਾਮ ਕਰਨ ਦੇ ਨਾਲ, ਗੁਰੂ ਦੀ ਮੱਤ ਦੁਆਰਾ, ਗੁਰੂ ਨੂੰ ਮਿਲ ਕੇ ਮੈਂ ਇਹ ਜਿੱਤ ਲਿਆ। ਹੁਣ ਗੁਰੂ ਸਾਹਿਬ ਕਹਿੰਦੇ ਹੈ ਪੰਚਮ ਪਾਤਸ਼ਾਹ ਜੀ, ਪਾਇਆ ਖਜ਼ਾਨਾ ਬਹੁਤ ਨਿਧਾਨਾ, ਸਾਣਥ ਮੇਰੀ ਆਪ ਖੜਾ। ਮੈਂ ਫਿਰ ਕੀ ਕੀਤਾ ਕਿ ਜਦੋਂ ਮੇਰੇ ਭਰਮ ਦੀ ਭੀਤ ਟੁੱਟ ਗਈ, ਕੰਧ ਟੁੱਟ ਗਈ, ਮੈਂ ਖਜ਼ਾਨਾ ਪ੍ਰਾਪਤ ਕਰ ਲਿਆ, ਬਹੁਤ ਨਿਧਾਂ ਦਾ ਖਜ਼ਾਨਾ, ਬਹੁਤ ਨਿਧਾਨਾਂ ਵਾਲਾ, ਬਹੁਤ ਨਿਧਾਂ ਵਾਲਾ, ਬਹੁਤ ਪਦਾਰਥਾਂ ਵਾਲਾ ਖਜ਼ਾਨਾ ਮੈਨੂੰ ਪ੍ਰਾਪਤ ਹੋ ਗਿਆ। ਅਤੇ ਮੇਰੇ ਅੰਗ ਸੰਗ ਉਹ ਆਪ ਪਰਮ ਪਿਤਾ ਪਰਮਾਤਮਾ ਪਾਰਬ੍ਰਹਮ ਪਰਮੇਸ਼ਰ ਜਿਹੜਾ ਹੈ ਉਹ ਮੈਨੂੰ ਖੜਾ ਦਿਸ ਰਿਹਾ ਹੈ। ਜਿਵੇਂ ਸਤਿਗੁਰੂ ਬਖਸ਼ਿਸ਼ ਕਰਦੇ ਆ ਪੰਚਮ ਪਾਤਸ਼ਾਹ ਜੀ, ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਇਸ ਤਰ੍ਹਾਂ ਦੇ ਨਾਲ ਮੇਰਾ ਗੁਰੂ, ਉਹ ਪਰਮ ਪਿਤਾ ਪਰਮਾਤਮਾ ਜਿਹੜਾ ਰਾਮ ਹੈ, ਉਹ ਮੇਰੇ ਅੰਗ ਸੰਗ ਆ ਕੇ ਖੜਾ ਹੋ ਗਿਆ। ਸੋਈ ਸੁਗਿਆਨਾ ਸੋ ਪ੍ਰਧਾਨਾ, ਕਹਿੰਦੇ ਵੀ ਉਹੀ ਸੁਗਿਆਨਾ, ਸੋ ਪ੍ਰਧਾਨਾ, ਸੋਈ ਪ੍ਰਧਾਨਾ ਹੈ, ਸੋ ਪ੍ਰਭ ਆਪਣਾ ਕੀਤਾ, ਜਿਸ ਨੂੰ ਉਸ ਪਰਮ ਪਿਤਾ ਪਰਮਾਤਮਾ ਨੇ ਆਪਣਾ ਕਰ ਲਿਆ, ਉਹੀ ਇਸ ਸੰਸਾਰ ਦੇ ਵਿੱਚ ਸੁਗਿਆਨੀ ਹੈ। ਅਤੇ ਉਹੀ ਸੰਸਾਰ ਦੇ ਵਿੱਚ ਸਭ ਪੁਰਖਾਂ ਦਾ ਪ੍ਰਧਾਨ ਹੈ। ਅਤੇ ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਕਹੋ ਨਾਨਕ। ਅਖੀਰ 'ਤੇ ਗੁਰੂ ਸਾਹਿਬ ਇਹ ਸਮਝਾਉਂਦੇ ਆ ਕਿ ਜਿਸ ਵੱਲ ਪਰਮਾਤਮਾ ਹੋ ਗਿਆ, ਜਿਸ ਨੂੰ ਪਰਮਾਤਮਾ ਦੀ ਪ੍ਰਾਪਤੀ ਹੋਊਗੀ, ਕਹੋ ਨਾਨਕ ਜਾਂ ਵੱਲ ਸੁਆਮੀ, ਤਾਂ ਸਰਸੇ ਪਾਈ ਰਾਮ।
ਤਾਂ ਫਿਰ ਇੱਥੇ ਗੱਲ ਆਉਂਦੀ ਹੈ ਸਾਧ ਸੰਗਤ ਜੀ, ਗੁਰੂ ਸਾਹਿਬ ਕਹਿੰਦੇ ਆ ਕਿ ਜਿਸ ਦੇ ਵੱਲ ਉਹ ਸੁਆਮੀ ਪਰਮ ਪਿਤਾ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਹੈ, ਸਤਿਗੁਰੂ ਹੈ ਸੰਸਾਰ ਦੇ ਵਿੱਚ, ਤਾਂ ਉਹ ਸਰਸੇ ਉਹਦੀ ਕਿਰਪਾ ਨਾਲ ਜਦੋਂ ਉਹ ਅੰਗ ਸੰਗ ਹੋ ਗਿਆ ਤਾਂ ਉਹ ਰੂਹ ਜਿਹੜੀ ਹੈ ਸਹਿਰ ਰਸ ਹੋ ਗਈ, ਇੱਕ ਰਸ ਹੋ ਗਈ। ਇਹ ਇੱਕ ਰਸ ਹੋਣ ਦੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਿਰਪਾ ਕਰਦੇ ਆ ਭਾਈ, ਉਹ ਰਾਮ ਨੂੰ ਪ੍ਰਾਪਤ ਕਰ ਲਈ ਉਸਨੇ। ਉਹ ਰਾਮ ਇੱਥੇ ਵੀ ਸਰਸੇ ਲਫ਼ਜ਼ ਨਹੀਂ ਹੈ, ਇਹ ਮਤਲਬ ਮਨ 'ਚੋਂ ਕੱਢ ਦਿਓ ਕਿ ਸਾਡੇ ਆਮ ਪੜ੍ਹਨ ਵਾਲੇ ਲੋਕ ਔਰ ਸਰਸੇ ਵਾਲੇ ਕਈ ਪਰਸ਼ ਇਹ ਕਹਿੰਦੇ ਵੀ ਸੁਣੇ ਜਾਂਦੇ ਆ ਕਿ ਇਹ ਸਰਸੇ ਦੀ ਗੱਲ ਲਿਖੀ ਹੋਈ ਹੈ। ਸਰਸੇ ਅਸਲ ਦੇ ਵਿੱਚ ਗੱਲ ਸਰਸੇ ਨਗਰ ਦਾ, ਇਸ ਸ਼ਹਿਰ ਦਾ ਕੋਈ ਵੀ ਇਸ ਗੁਰਬਾਣੀ ਨਾਲ ਕੋਈ ਮੁਤੱਲਕ ਨਹੀਂ ਹੈ। ਲੋਕਾਂ ਨੂੰ ਭਰਮ ਪਾਇਆ ਜਾਂਦਾ ਹੈ। ਕਈ ਵਾਰੀ ਭਰਮ ਭੁਲੇਖੇ ਦੇ ਵਿੱਚ ਲੋਕ ਆਪਣੇ ਆਪ ਨੂੰ ਸਿੱਧ ਕਰਨ ਵਾਸਤੇ ਗਲਤ ਵਿਚਾਰ ਦੇ ਦਿੰਦੇ ਹੈ। ਭਾਈ ਇਹ ਅਸਲ ਦੇ ਵਿੱਚ ਸਹਿ ਰਸੇ ਲਫ਼ਜ਼ ਹੈ, ਜਿਸ ਦਾ ਮਤਲਬ ਇਹ ਹੁੰਦਾ ਕਿ ਪਰਮਾਤਮਾ ਦੇ ਰਸ ਦੇ ਵਿੱਚ ਰਸ ਜਾਣਾ, ਔਰ ਉਹ ਰੂਹ ਇਸ ਰਸ ਦੇ ਵਿੱਚ ਸਰਾਬੋਰ ਹੋ ਕੇ ਪਰਮਾਤਮਾ ਦੇ ਰਸ ਦੇ ਵਿੱਚ ਮਿਲਨ ਕਰ ਲਵੇ, ਰਾਮ ਦੇ ਰਸ ਵਿੱਚ ਮਿਲਨ ਕਰ ਲਵੇ। ਇਹੀ ਅਰਥ ਹੈ ਇਸ ਦਾ। ਇਸ ਸ਼ਬਦ ਦੇ ਵਿੱਚ ਵੀ ਗੁਰੂ ਸਾਹਿਬ ਨੇ ਇਹੀ ਬਖਸ਼ਿਸ਼ ਕੀਤੀ ਹੈ। ਅੱਗੇ ਗੁਰੂ ਸਾਹਿਬ ਇੱਕ ਹੋਰ ਬਖਸ਼ਿਸ਼ ਕਰਦੇ ਹੈ, ਤੀਜੇ ਪਾਤਸ਼ਾਹ ਜੀ, ਸੰਤ ਸਾਜਨ ਆਨੰਦ ਸੁਣੋ ਵਡਭਾਗਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੇ। ਪਹਿਲਾਂ ਤਾਂ ਮੈਂ ਇਹ ਦੱਸ ਦਿਆਂ ਕਿ ਆਮ ਸਾਡੇ ਗ੍ਰੰਥੀ ਲੋਕ ਜਾਂ ਸਾਡੇ ਵਿਦਵਾਨ ਲੋਕ ਜਿਹੜੇ ਹੈ, ਉਹ ਇਸ ਲਫ਼ਜ਼ ਨੂੰ ਇਸ ਤਰ੍ਹਾਂ ਨਾਲ ਪੜ੍ਹਦੇ ਹੈ, ਆਨੰਦ ਸੁਣੋ ਵਡਭਾਗਿਓ। ਉਹਨਾਂ ਨੂੰ ਇੱਕ ਭਰਮ ਲੱਗਿਆ ਹੋਇਆ ਕਿ ਆਨੰਦ ਸਾਹਿਬ ਦੀ ਬਾਣੀ ਹੈ, ਇਸ ਕਰਕੇ ਲਾਸਟ ਦੇ ਉੱਤੇ ਆਨੰਦ ਹੀ ਲਫ਼ਜ਼ ਹੈ, ਉੱਤੇ ਟਿੱਪੀ ਨਹੀਂ ਲੱਗੀ। ਪਰ ਅਸਲ ਦੇ ਵਿੱਚ ਇਹ ਗੱਲ ਉਹਨਾਂ ਨੂੰ ਇੱਕ ਭਰਮ ਹੈ। ਸਤਿਗੁਰਾਂ ਨੇ ਜੋ ਉਚਾਰਨ ਕੀਤਾ, ਜੋ ਲਫ਼ਜ਼ ਲਿਖੇ ਹੈ, ਉਹ ਬਿਲਕੁਲ ਸਹੀ ਹੈ। ਸਤਿਗੁਰਾਂ ਨੇ ਇਹ ਲਿਖਿਆ ਹੈ ਕਿ ਆਨੰਦ ਸੁਣੋ ਵਡਭਾਗਿਓ। ਆਨੰਦ ਦਾ ਮਤਲਬ ਇਹ ਹੈ ਕਿ ਅਨਹਦ ਸੁਣੋ ਵਡਭਾਗਿਓ। ਅਤੇ ਅਨਹਦ ਜਦੋਂ ਸੁਣਨ ਲੱਗ ਜਾਂਦੀ ਹੈ ਨਾ, ਅਤੇ ਉਦੋਂ ਹੀ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰਦੇ ਆ, ਗੁਰੂ ਦੀ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਮਨੁੱਖ ਨੂੰ, ਸੰਤ ਨੂੰ, ਸੇਵਾਦਾਰ ਨੂੰ, ਗੁਰੂ ਸਿੱਖ ਪਿਆਰੇ ਨੂੰ, ਪੂਰਨ ਖਾਲਸੇ ਨੂੰ, ਪੂਰਨ ਗੁਰਸਿੱਖ ਨੂੰ। ਉਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਤਿਗੁਰੂ ਕੀ ਬਖਸ਼ਿਸ਼ ਹੈ ਅਤੇ ਸੁਣੋ ਤੁਸੀਂ। ਆਨੰਦ ਸੁਣੋ ਵਡਭਾਗਿਓ, ਇਸ ਧੁਨ ਨੂੰ ਭਾਈ ਸੁਣੋ, ਵੱਡੇ ਭਾਗਾਂ ਵਾਲੇ ਹੋ। ਜੇ ਤੁਹਾਨੂੰ ਸੁਣਦੀ ਹੈ ਨਾ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਆਨੰਦ ਸੁਣੋ ਵਡਭਾਗਿਓ, ਇਹ ਧੁਨ ਦੇ ਸੁਣਿਆ ਕੀ ਹੋਏਗਾ? ਸਗਲ ਮਨੋਰਥ ਪੂਰੇ, ਤੁਹਾਡੇ ਮਨ ਦੀਆਂ ਇਛਾਵਾਂ ਸਭ ਪੂਰਨ ਹੋ ਜਾਣਗੀਆਂ। ਫਿਰ ਕੀ ਹੋਏਗਾ? ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਤੁਹਾਨੂੰ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ, ਔਰ ਤੁਹਾਡੇ ਅੰਦਰ ਜਿਹੜੇ ਮਨ ਦੇ ਵਿੱਚ ਤੁਹਾਡੀ ਰੂਹ ਨੂੰ ਜੋ ਬੇਸੁਰੇ ਚਿੰਬੜੇ ਹੋਏ ਆ, ਉਤਰੇ ਸਗਲ ਵਸੂਰੇ। ਇਹ ਬੇਸੁਰੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਉਤਰ ਜਾਣਗੀਆਂ, ਮਨ ਨੂੰ ਛੱਡ ਜਾਣਗੀਆਂ। ਮਨਾਂ ਤੋਂ ਮੈਲ ਇਹ ਲੈ ਜਾਏਗੀ। ਇਹ ਮੈਲ ਜਿਹੜੀ ਬੇਸੁਰੀ ਹੈ, ਸੁਰ ਵਾਲੀ ਨਹੀਂ ਹੈ, ਪਰਮਾਤਮਾ ਦੀ ਸ਼ਰਨ ਦੇ ਵਿੱਚ ਨਹੀਂ ਹੈ, ਪਰਮਾਤਮਾ ਦੇ ਸੁਰ ਵਾਲੀ ਨਹੀਂ ਹੈ, ਮਾਇਆ ਦੇ ਸੁਰ ਵਾਲੀ ਹੈ, ਪਾਪਾਂ ਵਾਲੀ ਹੈ, ਇਹ ਉਤਰ ਜਾਏਗੀ। ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਇਹ ਅਨਹਦ ਧੁਨ ਸੱਚੀ ਬਾਣੀ ਜਿਹੜੀ ਹੈ, ਸੱਚੀ ਬਾਣੀ ਸਹਿਜ ਧੁਨ ਹੀ ਹੈ, ਅਨਹਦ ਧੁਨ ਹੀ ਬਾਣੀ ਹੈ, ਅਨਹਦ ਧੁਨ ਹੀ ਸੱਚੀ ਬਾਣੀ ਹੈ। ਜਿਵੇਂ ਗੁਰੂ ਸਾਹਿਬ ਬਖਸ਼ਿਸ਼ ਕਹਿੰਦੇ ਆ, ਬਾਣੀ ਗੁਰੂ ਹੈ, ਬਾਣੀ ਹੀ ਗੁਰੂ ਹੈ, ਔਰ ਗੁਰੂ ਹੀ ਬਾਣੀ ਹੈ। ਅਤੇ ਇਹ ਬਾਣੀ ਜਦੋਂ ਸਾਨੂੰ ਸੁਣਦੀ ਹੈ ਨਾ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸਾਡੇ ਜੀਵਨ ਦੇ ਵਿੱਚ ਦੁੱਖ ਰੋਗ ਕਸ਼ਟ ਸਾਰੇ ਜਿਹੜੇ ਹੈ ਉਹ ਦੂਰ ਹੋ ਜਾਂਦੇ ਆ। ਫਿਰ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ। ਹੁਣ ਇੱਥੇ ਗੱਲ ਆਉਂਦੀ ਹੈ ਕਿ ਸਾਡੇ ਪੜ੍ਹਨ ਵਾਲੇ ਵੀ ਜਿੰਨੇ ਵੀ ਹੈ ਨਾ ਵਿਦਵਾਨ ਲੋਕ, ਕੁਛ ਲੋਕਾਂ ਨੂੰ ਛੱਡ ਕੇ ਜਿਹੜੇ ਸੂਝਵਾਨ ਹੈ, ਜਿਹੜੇ ਵਿਚਾਰਵਾਨ ਹੈ, ਜਿਹੜੇ ਪਰਮਾਤਮਾ ਦੇ ਵਿੱਚ ਅਭੇਦ ਹੋ ਚੁੱਕੇ ਹੈ, ਉਹਨਾਂ ਦੀ ਗੱਲ ਨਹੀਂ ਹੈ। ਇਹ ਜਿਹੜੇ ਆਮ ਸਧਾਰਨ ਤਬਕਾ ਹੈ ਜੋ ਪੜ੍ਹ ਰਿਹਾ ਹੈ, ਉਹ ਇਹ ਪੜ੍ਹਦਾ ਹੈ
ਸੰਤ ਸਾਜਣ ਭਏ ਸਰਸੇ। ਤੇ ਕਈ ਵਾਰੀ ਬਹੁਤ ਲੋਕ ਆਪਣੇ ਮਤਲਬ ਸਾਰਨ ਵਾਸਤੇ ਇਸ ਨੂੰ ਸਰਸੇ ਸ਼ਹਿਰ ਨਾਲ ਜੋੜ ਦਿੰਦੇ ਆ। ਇਹ ਸਰਸਾ ਸ਼ਹਿਰ ਨਹੀਂ ਆ ਭਾਈ, ਇੱਥੇ ਸਰਸੇ ਸ਼ਹਿਰ ਦੀ ਕੋਈ ਗੱਲ ਨਹੀਂ ਹੈ। ਇੱਥੇ ਗੁਰੂ ਦੇ ਪ੍ਰੇਮ ਦੀ ਗੱਲ ਹੈ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਕਹਿੰਦੇ ਵੀ ਇਹ ਅਨਹਦ ਧੁਨ ਜਦੋਂ ਸੁਣਦੀ ਹੈ ਨਾ ਤਾਂ ਉਦੋਂ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੇ ਰੋਗ ਦੁੱਖ ਕੱਟੇ ਜਾਂਦੇ ਆ, ਉਹਦੇ ਬੇਸੁਰੇ ਸਾਰੇ ਉਤਰ ਜਾਂਦੇ ਆ। ਅਤੇ ਫਿਰ ਕੀ ਹੁੰਦਾ, ਸੰਤ ਅਤੇ ਸਾਜਣ, ਸੰਤ ਭਾਵ ਜੋ ਗੁਰਮੁਖ ਪਿਆਰਾ ਭਗਤੀ ਕਰ ਰਿਹਾ, ਜੋ ਪਰਮਾਤਮਾ ਦੀ ਜਗਿਆਸਾ ਕਰ ਰਿਹਾ ਕਿ ਮੈਨੂੰ ਪਰਮਾਤਮਾ ਮਿਲ ਜਾਵੇ, ਉਸ ਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦੋਂ ਇਹ ਅਨਹਦ ਧੁਨ ਵੱਜਦੀ ਹੈ ਅਤੇ ਉਦੋਂ ਉਹ ਸੰਤ ਅਤੇ ਸਾਜਣ ਭਾਵ ਪਰਮ ਪਿਤਾ ਪਰਮਾਤਮਾ ਜਿਸ ਦੀ ਉਹ ਗੁਰਮੁਖ ਪਿਆਰਾ ਭਗਤੀ ਕਰ ਰਿਹਾ ਹੈ, ਪਰਮਾਤਮਾ ਦੀ ਭਗਤੀ ਕਰ ਰਿਹਾ, ਉਹ ਆਤਮਾ ਰੂਹ ਭਗਤ ਦੀ, ਸਿੱਖ ਦੀ, ਖਾਲਸੇ ਦੀ ਜਾਂ ਕੋਈ ਵੀ ਪਰਮਾਤਮਾ ਦੀ ਭਗਤੀ ਕਰ ਰਿਹਾ, ਉਸ ਦੀ ਰੂਹ ਜਿਹੜੀ ਹੈ ਉਸ ਪਰਮ ਪਿਤਾ ਪਰਮਾਤਮਾ ਦੀ ਜੋਤ ਨਾਲ ਅਭੇਦ ਹੋ ਜਾਂਦੀ ਹੈ, ਮਿਲਨ ਹੋ ਜਾਂਦਾ ਹੈ ਪਰਮ ਪਿਤਾ ਪਰਮਾਤਮਾ ਦਾ। ਇਹ ਅਨਹਦ ਧੁਨ ਵੱਜਦਿਆਂ ਹੀ, ਜਦੋਂ ਅਨਹਦ ਧੁਨ ਸਾਡੇ ਅੰਦਰ ਵੱਜਦੀ ਹੈ ਉਦੋਂ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜੇ ਜਾਂ ਚਿਰ ਕਿੰਨੀ ਵੀ ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ ਹਾਂ, ਕਿੰਨਾ ਵੀ ਅਸੀਂ ਸੇਵਾ ਕਰੀ ਜਾਂਦੇ ਹਾਂ, ਕਿੰਨਾ ਵੀ ਅਸੀਂ ਸਿਮਰਨ ਕਰ ਰਹੇ ਹਾਂ, ਜਿੰਨਾ ਚਿਰ ਸਾਡੇ ਅੰਦਰ ਅਨਹਦ ਧੁਨ ਨਹੀਂ ਵੱਜੇਗੀ ਉਹਨਾਂ ਚਿਰ ਸਾਨੂੰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਜਦੋਂ ਅਨਹਦ ਧੁਨ ਵੱਜੇਗੀ ਉਦੋਂ ਹੀ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰਾਪਤੀ ਹੋਏਗੀ। ਅੱਗੇ ਹੁਣ ਗੁਰੂ ਸਾਹਿਬ ਕਹਿੰਦੇ ਆ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਉਹ ਪੂਰੇ ਗੁਰ ਦੇ ਬਰਾਬਰ ਹੋ ਜਾਂਦੇ ਆ, ਪੂਰੇ ਗੁਰ ਤੇ ਜਾਣੀ। ਤੇ ਉਹ ਵੀ ਪੂਰਨ ਗੁਰ ਭਾਵ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੋ ਜਾਂਦੇ ਹੈ। ਸਤਿਗੁਰੂ ਨੇ ਬਖਸ਼ਿਸ਼ ਕੀਤੀ ਹੈ ਇੱਕ ਥਾਂ 'ਤੇ, ਜਿਨ੍ਹਾਂ ਨ ਵਿਸਰੇ ਨਾਮ ਸੇ ਕਨੇਹਿਆ, ਭੇਦ ਨ ਜਾਣੋ ਮੂਲ ਸਾਈਂ ਜਿਹੇਆ। ਉਹ ਗੁਰਮੁਖ ਪਿਆਰੇ ਪਰਮਾਤਮਾ ਦਾ ਸਰੂਪ ਹੋ ਜਾਂਦੇ ਹੈ, ਪੂਰੇ ਗੁਰ ਤੇ ਜਾਣੇ, ਪੂਰੇ ਗੁਰ ਹੋ ਜਾਂਦੇ ਹੈ। ਅੱਗੇ ਗੁਰੂ ਸਾਹਿਬ ਕਹਿੰਦੇ, ਸੁਣਤੇ ਪਨੀਤ ਕਹਤੇ ਪਵਿੱਤ, ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਇਸ ਨੂੰ ਧੁਨ ਨੂੰ ਜਦੋਂ ਸੁਣਦੇ ਹੈ ਉਹ ਪੁਨੀਤ, ਸੁਣਤੇ ਪੁਨੀਤ ਕਹਤੇ ਪਵਿੱਤ, ਸੁਣਨ ਦਾ ਵਿਚਾਰ, ਧੁਨ ਦਾ ਇਹ ਵਿਚਾਰ ਜਦੋਂ ਕੋਈ ਦੱਸਦਾ ਹੈ, ਸੁਣਨ ਵਾਲੇ ਵੀ ਅਤੇ ਕਹਿਣ ਵਾਲੇ ਵੀ ਜਿਹੜੇ ਹੈ ਉਹ ਪੁਨੀਤ ਅਤੇ ਪਵਿੱਤਰ ਹੋ ਜਾਂਦੇ ਹੈ। ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਭਾਈ ਬਿਨਵੰਤ ਨਾਨਕ ਗੁਰ ਚ। ਜਦੋਂ ਇਸ ਅਵਸਥਾ ਦੇ ਵਿੱਚ ਕੋਈ ਗੁਰਮੁਖ ਪਿਆਰੀ ਰੂਹ ਆ ਜਾਵੇ ਅਤੇ ਫਿਰ ਉਸਨੇ ਨਾਮ ਸਿਮਰਨ ਕਰਨਾ ਨਹੀਂ ਛੱਡ ਦੇਣਾ। ਕਿਵੇਂ? ਬਿਨਵੰਤ ਨਾਨਕ ਗੁਰ ਚਰਨ ਲਾਗੇ। ਬੇਨਤੀ ਦਾ ਸਰੂਪ, ਬੇਨਤੀ ਦੀ ਅਵਸਥਾ ਦੇ ਵਿੱਚ ਗੁਰਮੁਖ ਪਿਆਰਾ ਬੇਨਤੀ ਕਰਦਾ ਹੋਇਆ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਉਦੋਂ ਹੀ ਇਹ ਅਣਹਦ ਧੁਨ ਦੀ ਪ੍ਰਾਪਤੀ ਹੁੰਦੀ ਆ ਔਰ ਇਹ ਫਿਰ ਚੱਲਦੀ ਰਹਿੰਦੀ ਹੈ, ਵੱਜਦੀ ਰਹਿੰਦੀ ਹੈ, ਇਹ ਕਦੇ ਮਿਟਦੀ ਨਹੀਂ ਹੈ। ਹਾਂ, ਇੰਨਾ ਜ਼ਰੂਰ ਹੈ ਵੀ ਇਹ ਅਣਹਦ ਧੁਨ ਤੋਂ ਅੱਗੇ ਅਗਲਾ ਰੂਪ ਜਿਹੜਾ ਹੈ ਇਸ ਦਾ ਸਹਿਜ ਧੁਨ ਹੈ। ਥੋੜ੍ਹੀ ਅਵਸਥਾ ਧੁਨ ਦੀ ਜਿਹੜੀ ਹੈ ਉਹ ਧੀਮੀ ਹੋ ਜਾਂਦੀ ਹੈ ਔਰ ਸਹਿਜ ਅਵਸਥਾ ਦੇ ਵਿੱਚ ਇਹ ਧੁਨ ਜਿਹੜੀ ਹੈ ਇਹ ਚੱਲਦੀ ਰਹਿੰਦੀ ਹੈ। ਗੁਰਮੁਖ ਪਾਰੇ ਜਦੋਂ ਜਿਸ ਨੂੰ ਕਹਿੰਦੇ ਆ ਨਾ ਅਸੀਂ ਅਜੱਪਾ ਜਪ ਹੋ ਜਾਂਦਾ ਹੈ, ਇਹ ਅਜੱਪਾ ਜਪ ਹੋ ਜਾਂਦਾ ਸਾਡੀ ਸੁਰਤੀ ਦੇ ਵਿੱਚ, ਸਾਡੇ ਸੁਭਾਅ ਦੇ ਵਿੱਚ। ਉਹ ਪਰਮ ਪਿਤਾ ਪਰਮਾਤਮਾ ਹਮੇਸ਼ਾ ਰਚ ਬਸ ਜਾਂਦਾ ਹੈ ਔਰ ਉਦੋਂ ਸਾਨੂੰ ਸਿਰਫ ਅਤੇ ਸਿਰਫ ਸੰਸਾਰ ਦੇ ਵਿੱਚੋਂ ਇੱਕ ਹੀ ਚੀਜ਼ ਚੰਗੀ ਲੱਗਦੀ ਹੈ, ਇੱਕ ਹੀ ਚੀਜ਼ ਦਿਸਦੀ ਹੈ ਕਿ ਪਰਮ ਪਿਤਾ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਬਿਰਾਜਮਾਨ ਹੈ, ਕਣ ਕਣ ਦੇ ਵਿੱਚ ਬਿਰਾਜਮਾਨ ਹੈ, ਹਰ ਰੂਹ ਦੇ ਵਿੱਚ ਬਿਰਾਜਮਾਨ ਹੈ, ਹਰ ਜੀਵ ਦੇ ਵਿੱਚ ਬਿਰਾਜਮਾਨ ਹੈ, ਹਰ ਪੇੜ ਪੌਦੇ ਦੇ ਵਿੱਚ ਬਿਰਾਜਮਾਨ ਹੈ, ਹਰ ਪੰਛੀ ਦੇ ਵਿੱਚ, ਕੀੜੇ ਮਕੌੜੇ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਬਿਰਾਜਮਾਨ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਜਦੋਂ ਜਿਨ੍ਹਾਂ ਲੋਕਾਂ ਦੀ ਇਸ ਤਰ੍ਹਾਂ ਦੀ ਅਵਸਥਾ ਹੋ ਜਾਂਦੀ ਹੈ ਉਹਨਾਂ ਨੂੰ ਹੀ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀ, ਮੈਂ ਆਪ ਜੀ ਨੂੰ ਫਿਰ ਸਮਝਾਉਣਾ ਚਾਹੁੰਦਾ ਹੈ ਕਿ ਜਦੋਂ ਵੀ ਤੁਸੀਂ ਪੜ੍ਹਨਾ ਹੈ, ਅਨੰਦ ਸੁਣੋ ਵਡਭਾਗੀਓ ਅਸਲ ਲਫ਼ਜ਼ ਹੈ, ਗੁਰੂ ਦੀ ਬਖਸ਼ਿਸ਼ ਨਾਲ ਤੁਸੀਂ ਇਸ ਦਾ ਵਿਚਾਰ ਕਰਿਆ ਜੇ। ਉਸ ਤੋਂ ਬਾਅਦ ਦੂਜਾ ਜਿਹੜਾ ਅਸੀਂ ਸਰਸੇ ਦੀ ਥਾਂ ਸਰਸੇ ਪੜ੍ਹਦੇ ਹਾਂ, ਉਹ ਸਰਸੇ ਨਹੀਂ ਹੈ, ਉਹ ਸਹਿ ਰਸੇ ਹੈ, ਇੱਕ ਰਸੇ, ਪਰਮਾਤਮਾ ਦੇ ਰਸ ਵਿੱਚ ਰੰਗੇ ਹੋਏ,
परमात्मा ਦਾ ਰਸ ਬਣ ਜਾਂਦੇ ਆ ਜਿਹੜੇ ਲੋਕ, ਔਰ ਉਹਨੂੰ ਕਹਿੰਦੇ ਆ ਸੈ ਰਸੇ। ਪਰਮਾਤਮਾ ਦੇ ਨਾਲ ਉਹ ਰਸ ਜੁੜ ਜਾਂਦਾ ਔਰ ਪਰਮਾਤਮਾ ਦਾ ਰਸ ਉਹਨਾਂ ਦੀ ਰੂਹ ਨੂੰ ਪ੍ਰਾਪਤ ਹੋ ਜਾਂਦਾ। ਇਹ ਜਦੋਂ ਵੀ ਤੁਸੀਂ ਪੜ੍ਹਨਾ ਇਸ ਤਰ੍ਹਾਂ ਪੜ੍ਹਨਾ ਕਿ ਭਾਈ ਸੰਤ ਸਾਜਨ ਭਏ ਸਰਸੇ। ਜਿੱਥੇ ਵੀ ਕਿਤੇ ਇਹ ਲਫ਼ਜ਼ ਆਉਂਦੇ ਆ ਸੱਸਾ ਰਾਰਾ ਸੱਸੇ ਨੂੰ ਲਾਵਾਂ, ਉਦੋਂ ਸੈ ਰਸੇ ਹੀ ਇਹਦਾ ਭਾਵ ਹੁੰਦਾ ਹੈ ਗੁਰਬਾਣੀ ਦੇ ਵਿੱਚ। ਤੋ ਸਾਧ ਸੰਗਤ ਜੀ, ਮੈਂ ਸਾਧ ਸੰਗਤਾਂ ਨੂੰ ਇਹ ਬੇਨਤੀ ਕਰੂੰਗਾ, ਭਾਈ ਭਰਮ ਦੇ ਵਿੱਚ ਨਾ ਪਾਓ, ਕਿਤੇ ਭੁਲੇਖੇ ਦੇ ਵਿੱਚ ਨਾ ਪਾਓ। ਜੋ ਇਹ ਲਫ਼ਜ਼ ਸਹੀ ਗੁਰਬਾਣੀ ਸਾਨੂੰ ਦੱਸ ਰਹੀ ਹੈ, ਵਿਚਾਰ ਕਰਕੇ ਇਸ ਨੂੰ ਸਹੀ ਲਫ਼ਜ਼ ਹੀ ਪੜ੍ਹੋ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਣਹਦ ਤੂਰੇ। ਸਾਧ ਸੰਗਤ ਜੀ, ਇੰਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਨ ਦਾ ਚਾਜਕ ਹੈ, ਕਿਉਂਕਿ ਗੁਰਬਾਣੀ ਅਥਾਹ ਸਾਗਰ ਹੈ। ਇਸ ਦਾ ਵਿਚਾਰ ਕਰਨਾ ਸਵਾਏ ਪਰਮਾਤਮਾ ਦੀ ਹਸਤੀ ਤੋਂ ਬਿਨਾਂ, ਭਾਵ ਪਰਮਾਤਮਾ ਦੀ ਹਸਤੀ ਦਾ ਮਤਲਬ ਬ੍ਰਹਮ ਗਿਆਨੀ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਸੰਤ ਪੁਰਸ਼ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਔਰ ਸਿੱਖ ਖਾਲਸੇ ਨੂੰ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਪੂਰਨ ਖਾਲਸੇ ਨੂੰ ਜਿਹੜੀ ਹੈ ਉਹ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਜਦ ਪੂਰਨ ਜੋ ਵੀ ਪਰਮਾਤਮਾ ਨਾਲ ਮਿਲ ਗਿਆ, ਚਾਹੇ ਭਗਤ ਹੋਵੇ ਚਾਹੇ ਕੋਈ ਵੀ ਹੋਵੇ, ਉਹ ਹੀ ਇਸ ਅਵਸਥਾ ਨੂੰ ਜਾਣਦਾ ਹੈ ਕਿ ਇਹ ਅਵਸਥਾ ਕੈਸੀ ਹੁੰਦੀ ਹੈ, ਔਰ ਉਹ ਫਿਰ ਇਸ ਅਵਸਥਾ ਦੇ ਉੱਤੇ ਪਹੁੰਚ ਕੇ ਇਹ ਪਰਮਾਤਮਾ ਦਾ ਭੇਦ ਜਾਣਨਾ ਸ਼ੁਰੂ ਕਰ ਦਿੰਦਾ। ਤੋ ਸਾਧ ਸੰਗਤ ਜੀ, ਇਸ ਅਵਸਥਾ ਦੇ ਵਿੱਚ ਹੀ ਤੁਸੀਂ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਦੇ ਹੋਏ ਇਸ ਅਵਸਥਾ ਦੇ ਵਿੱਚ ਆਓ, ਤੁਹਾਨੂੰ ਵੀ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਪਰਮਾਤਮਾ ਜੇ ਕੋਈ ਕਹੇ ਕਿ ਅੱਜ ਹੈ ਨਹੀਂ ਜਾਂ ਪਹਿਲਾਂ ਸੀਗਾ ਤੇ ਅੱਗੇ ਨਹੀਂ ਹੋਵੇਗਾ, ਨਹੀਂ, ਗੁਰੂ ਸਾਹਿਬ ਕਹਿੰਦੇ ਆ ਨਾਨਕ ਹੋਸੀ ਭੀ ਸੱਚ। ਗੁਰੂ ਸਾਹਿਬ ਨੇ ਬਖਸ਼ਿਸ਼ ਕਰਤੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਪਰਮਪਿਤਾ ਪਰਮਾਤਮਾ ਪਹਿਲਾਂ ਵੀ ਸੀ ਔਰ ਪਰਮਾਤਮਾ ਭਗਤਾਂ ਨੂੰ ਪ੍ਰਾਪਤ ਹੁੰਦਾ ਰਿਹਾ, ਮਿਲਦਾ, ਅਪਰਾਧ ਨੂੰ ਮਿਲਿਆ ਹੈ। ਜੇ ਅਸੀਂ ਕਹਿ ਦਈਏ ਵੀ ਧਰੂ ਭਗਤ ਨੂੰ ਮਿਲਿਆ ਹੈ ਜਾਂ ਨਾਮਦੇਵ ਨੂੰ ਮਿਲਿਆ ਜਾਂ ਕਬੀਰ ਨੂੰ ਮਿਲਿਆ, ਤੇ ਉਹ ਸਾਨੂੰ ਵੀ ਮਿਲ ਸਕਦਾ ਹੈ। ਸਾਧ ਸੰਗਤ ਜੀ, ਭਰਮ 'ਚ ਨਾ ਪਾਓ, ਗੁਰਬਾਣੀ ਦੇ ਲੜ ਲੱਗੋ, ਗੁਰਬਾਣੀ ਨੂੰ ਵਿਚਾਰੋ, ਗੁਰਬਾਣੀ ਦਾ ਸੁੱਧ ਪਾਠ ਕਰਕੇ, ਸੁੱਧ ਵਿਚਾਰ ਕਰਕੇ ਗੁਰਬਾਣੀ ਨੂੰ ਆਪਣੇ ਹਿਰਦੇ 'ਚ ਵਸਾ ਲਓ। ਗੁਰਬਾਣੀ ਤੁਹਾਨੂੰ ਪਰਮਪਿਤਾ ਪਰਮਾਤਮਾ ਦੇ ਦਰ 'ਤੇ ਲੈ ਜਾਵੇਗੀ ਔਰ ਪਰਮਾਤਮਾ ਦੇ ਨਾਲ ਮਿਲਾ ਦੇਵੇਗੀ। ਤੁਹਾਡੀ ਜੋਤ ਦਾ ਮਿਲਣ, ਪਰਮਪਿਤਾ ਪਰਮਾਤਮਾ ਦੀ ਜੋਤ ਸਰੂਪ ਪ੍ਰਕਾਸ਼ ਰੂਪ ਜੋ ਰੂਹ ਹੈ, ਜੋਤ ਹੈ ਸਾਡੀ ਰੂਹ, ਉਸ ਦੇ ਵਿੱਚ ਮਿਲਣ ਹੋ ਜਾਏਗੀ, ਅਭੇਦ ਹੋ ਜਾਏਗੀ, ਜਾਂ ਪਰਮਾਤਮਾ ਦੇ ਦਰਸ਼ ਹੁਕਮ ਨਾਲ ਪਰਮਾਤਮਾ ਦੇ ਦਰਸ਼ਕ ਦਾਰੇ ਕਰਦੀ ਹੋਈ ਸੱਚਖੰਡ ਦੇ ਉੱਤੇ ਬਿਰਾਜਮਾਨ ਹੋਵੇਗੀ। ਤੋਂ ਸਾਧ ਸੰਗਤ ਜੀ, ਇਹ ਰੂਹ ਵੀ ਸੱਚਖੰਡ ਦੇ ਉੱਤੇ ਵੀ ਜਿਹੜੀ ਹੈ, ਇਹ ਜਦੋਂ ਰੂਹ ਪਹੁੰਚਦੀ ਹੈ ਤੇ ਇਹ ਪਰਮਾਤਮਾ ਦੀ ਆਗਿਆ ਦੇ ਵਿੱਚ ਰਹਿੰਦੀ ਹੈ, ਰਜ਼ਾ ਦੇ ਵਿੱਚ ਰਹਿੰਦੀ ਹੈ। ਜੈਸਾ ਪਰਮਾਤਮਾ ਉਸ ਨੂੰ ਚਾਹੁੰਦਾ ਹੈ, ਉਹੀ ਅਵਸਥਾ ਦੇ ਵਿੱਚ ਉਹ ਕਾਰਿਆ ਕਰਦੀ ਹੈ। ਜੈਸੀ ਵੀ ਪਰਮਾਤਮਾ ਦੀ ਇੱਛਾ ਹੋਵੇ, ਵੈਸੀ ਹੀ ਉਸ ਨੂੰ ਕਿਰਤ, ਉਸ ਨੂੰ ਕਰਮ, ਉਸ ਨੂੰ ਧਰਮ, ਉਹ ਸਭ ਕਰਨਾ ਪੈਂਦਾ ਪਰਮਾਤਮਾ ਦੇ ਹੁਕਮ ਦੇ ਵਿੱਚ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਾਡੇ ਵਾਸਤੇ ਇਹ ਵੀ ਜ਼ਰੂਰੀ ਹੈ ਕਿ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਸਾਨੂੰ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ ਔਰ ਪਰਮਾਤਮਾ ਦੀ ਸਹੀ ਅਵਸਥਾ ਹੈ। ਭਰਮਾਂ ਭੁਲੇਖਿਆਂ ਦੇ ਵਿੱਚ ਨਾ ਪਾਓ। ਪਰਮਾਤਮਾ ਨਾਲ ਸਾਡੀ ਰੂਹ ਗੁਰੂ ਨਾਨਕ ਦੇਵ ਜੀ ਨੇ ਔਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ, ਸਾਡੇ 10 ਗੁਰੂ ਸਾਹਿਬਾਨ ਨੇ ਸਾਡੀ ਰੂਹ ਨੂੰ ਸਿੱਧਾ ਪਰਮਾਤਮਾ ਨਾਲ ਜੋੜਿਆ ਹੋਇਆ, ਵਿੱਚ ਕੋਈ ਦਲਾਲ ਨਹੀਂ ਪਾਇਆ। ਰੂਹ ਸਾਡੀ ਜਦੋਂ ਪਰਮਾਤਮਾ ਦਾ ਸਿਮਰਨ ਕਰੇਗੀ, ਪਰਮਾਤਮਾ ਆਪਣੇ ਆਪ ਸਾਨੂੰ ਸਾਡੀ ਬਾਂਹ ਫੜ ਲਏਗਾ। ਜਦੋਂ ਉਸ ਨੂੰ ਉਹ ਸਾਡੇ 'ਤੇ ਪਿਆਰ ਆਵੇਗਾ, ਸਾਡੀ ਭਗਤੀ 'ਤੇ, ਸਾਡੇ ਨਾਮ ਸਿਮਰਨ 'ਤੇ ਜਦੋਂ ਉਸ ਨੂੰ ਖੁਸ਼ੀ ਆਵੇਗੀ, ਉਹ ਸਾਡੀ ਬਾਂਹ ਆਪਣੇ ਆਪ ਫੜ ਲਏਗਾ। ਕੋਈ ਦਿੱਕਤ ਨਹੀਂ ਹੈ, ਸਾਨੂੰ ਪਰਮਾਤਮਾ ਕਿਤੇ ਲੱਭਣ ਦੀ ਲੋੜ ਨਹੀਂ ਹੈ। ਘਰ ਬੈਠ ਕੇ ਤੁਸੀਂ ਭਗਤੀ ਕਰੋ, ਗੁਰਬਾਣੀ ਨੂੰ ਓਟ ਆਸਰਾ ਬਣਾਓ, ਗੁਰਬਾਣੀ ਨੂੰ ਸਤਿਗੁਰੂ ਸਮਝੋ, ਗੁਰਬਾਣੀ ਨੂੰ ਆਪਣਾ ਮਾਰਗ ਦਰਸ਼ਕ ਸਮਝ ਕੇ ਜੋ ਗੁਰਬਾਣੀ ਸਾਨੂੰ ਮੱਤ ਦਿੰਦੀ ਹੈ ਉਸ 'ਤੇ ਚੱਲਣ ਦਾ ਕੋਸ਼ਿਸ਼ ਕਰੋ, ਆਪਣੇ ਜੀਵਨ ਨੂੰ ਉਸ 'ਤੇ ਢਾਲਣ ਦੀ ਕੋਸ਼ਿਸ਼ ਕਰੋ। ਗੁਰਬਾਣੀ ਨੂੰ ਜਦੋਂ ਤੁਸੀਂ ਉਸ ਅਵਸਥਾ ਦੇ ਵਿੱਚ ਢਾਲ ਲਓਗੇ ਨਾ, ਤੇ ਫਿਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਕਿਤੇ ਦਲਾਲਾਂ ਦੀ ਲੋੜ ਨਹੀਂ ਹੈ, ਕਿਸੇ ਭਰਮੀ ਭੁਲੇਖੇ ਵਾਲੇ ਜਿਹੜੇ ਪਖੰਡੀ ਸਾਧ ਸਤਿਗੁਰੂ ਖਵਾਈ ਜਾਂਦੇ ਆ, ਉਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ। ਜੋ ਤਵੀਤਾਂ ਤਾਗਿਆਂ ਦੇ ਚੱਕਰਾਂ 'ਚ ਫਿਰਦੇ ਆ, ਜੋ ਲੋਕਾਂ ਨੂੰ ਵੀ ਬੁੱਧੂ ਬਣਾਉਂਦੇ ਆ, ਉਹਨਾਂ ਦੇ ਮਗਰ ਲੱਗਣ ਦੀ ਲੋੜ ਨਹੀਂ ਹੈ। ਸਤਿਗੁਰੂ ਸਾਨੂੰ ਸਿੱਧਾ ਪਰਮਾਤਮਾ ਦਾ ਪੱਧਰ ਰਾਹ ਜਿਹੜਾ ਹੈ ਉਹ ਸਾਨੂੰ ਦੱਸਿਆ ਹੋਇਆ, ਔਰ ਅਸੀਂ ਉਸ ਰਾਹ ਦੇ ਉੱਤੇ ਚੱਲ ਕੇ ਵਾਹਿਗੁਰੂ ਵਾਹਿਗੁਰੂ ਨਾਮ ਸਿਮਰਨ ਕਰਦੇ ਹੋਏ ਪਰਮਾਤਮਾ ਦੇ ਦਰਸ਼ਦਾਰੇ ਕਰ ਸਕਦੇ ਹਾਂ, ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ। ਅਸੀਂ ਪਰਮਾਤਮਾ ਵਰਗਾ ਹੀ ਆਪਣਾ ਰੂਹ ਜਿਹੜੀ ਹੈ ਉਹ ਪਰਮਾਤਮਾ ਵਰਗਾ
ਜਿਹੜਾ ਜੋਤ ਦਾ ਪ੍ਰਕਾਸ਼ ਹੈ ਉਹ ਪ੍ਰਕਾਸ਼ ਰੂਪ ਹੀ ਸਾਡਾ ਬਣ ਜਾਏਗਾ। ਪਰਮਾਤਮਾ ਦੀ ਜੋਤ ਜੋ ਪ੍ਰਕਾਸ਼ ਰੂਪ ਹੈ ਔਰ ਸਾਡੀ ਵੀ ਜੋਤ ਜਿਹੜੀ ਆ ਉਹ ਪ੍ਰਕਾਸ਼ ਦੇ ਵਿੱਚ ਸਮਿਲਿਤ ਹੋ ਕੇ ਪ੍ਰਕਾਸ਼ ਰੂਪ ਹੋ ਜਾਏਗੀ। ਤੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਸਾਡਾ ਜੀਵਨ ਜਿਹੜਾ ਹੈ ਕਦੇ ਵੀ ਸਾਨੂੰ ਆਵਾਗਮਨ ਤੋਂ ਹਮੇਸ਼ਾ ਸਾਨੂੰ ਜਿਹੜੀ ਆ ਮੁਕਤੀ ਮਿਲ ਜਾਏਗੀ। ਆਵਾਗਮਨ ਸਾਡਾ ਕੱਟਿਆ ਜਾਏਗਾ ਔਰ ਸਾਡੀ ਰੂਹ ਜਿਹੜੀ ਹੈ ਹਮੇਸ਼ਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਸਿਮਰਨ ਕਰੇਗੀ। ਤੋ ਦਾਸ ਇਹ ਕਹਿੰਦਾ ਭਾਈ ਤੁਸੀਂ ਵੀ ਐਸੀ ਕੋਸ਼ਿਸ਼ ਕਰੋ, ਗੁਰਬਾਣੀ ਦੇ ਲੜ ਲੱਗੋ, ਭਰਮਾਂ ਭੁਲੇਖਿਆਂ ਦੇ ਵਿੱਚ ਨਾ ਪਾਓ, ਪਖੰਡੀਆਂ ਦੇ ਚੱਕਰਾਂ ਵਿੱਚ ਨਾ ਪਾਓ। ਸੋ ਸਾਧ ਸੰਗਤ ਜੀ ਇਹਨੀਆਂ ਵਿਚਾਰਾਂ ਕਰਦਾ ਹੋਇਆ ਦਾਸ ਸ਼ਮਾ ਦਾ ਜਾਚਕ ਹੈ, ਕਿਉਂਕਿ ਗੁਰਬਾਣੀ ਸਮੁੰਦਰ ਹੈ ਔਰ ਸਮੁੰਦਰ ਦੇ ਵਿੱਚ ਅਨੇਕਾਂ ਹੀ ਮੋਤੀ ਹੈ। ਕੋਈ ਗੋਤਾਖੋਰ ਚਾਹੇ ਕਿੰਨਾ ਵੀ ਕੁਛ ਕਰ ਲਵੇ, ਇੱਕ ਅੱਧਾ ਮੋਤੀ ਕੱਢ ਸਕਦਾ, 2 ਮੋਤੀ ਕੱਢ ਸਕਦਾ, ਕਦੇ ਵੀ ਸਮੁੰਦਰ ਦੇ ਵਿੱਚ ਜਿੰਨੇ ਮੋਤੀ ਆ ਉਹ ਸਾਰੇ ਕਦੇ ਨਹੀਂ ਕੱਢ ਸਕਦਾ। ਇਹ ਔਰ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਜਿਹੜੀ ਹੈ ਇਹ ਅਥਾਹ ਸਾਗਰ ਹੈ, ਇਹਦੇ ਵਿੱਚ ਮੋਤੀ ਹੀ ਮੋਤੀ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੋਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੋ ਸਾਧ ਸੰਗਤ ਜੀ ਗੱਲ ਇੱਥੇ ਆ ਕੇ ਮੁੱਕਦੀ ਆ। ਪਰਮਾਤਮਾ ਨੂੰ ਬੇਨਤੀ ਲਾਉਂਦੇ ਰਹੋ, ਬਿਨਵੰਤ ਨਾਨਕ ਗੁਰਚਰਨ ਲਾਗੇ, ਵਾਜੇ ਅਣਹਦ ਤੂਰੇ। ਤੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੋਤ ਚੈਨਲ on YouTube, Purva audio, video and films present in Punjabi. Like, save, send.